ਧੰਨ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ। ਕਹਿੰਦੇ ਸੋ ਜਦੋਂ ਜਹਾਂਗੀਰ ਲਾਹੌਰ ਆਇਆ ਨਾ, ਖੁਸਰੋ ਵੀ ਫੜਿਆ ਗਿਆ। ਸਾਥੀ ਜਿਹੜੇ ਜਰਨੈਲ ਸੀ ਉਹਨਾਂ ਨੂੰ ਵੀ ਗਊ ਦੀ ਖੱਲ ਵਿੱਚ ਮੜਾ ਕੇ ਧੁੱਪੇ ਰੱਖ ਦਿੱਤਾ, ਤੇ ਜਦੋਂ ਸੁੱਕ ਗਈਆਂ ਖੱਲਾਂ ਦੇ ਵਿੱਚ ਮਰ ਗਏ। ਇਹਨਾਂ ਨੂੰ ਵੀ ਕਤਲ ਕਰ ਦਿੱਤਾ ਗਿਆ ਤੇ 700 ਬੰਦੇ ਨੂੰ ਸੂਲੀ ਚਾੜ ਦਿੱਤਾ ਗਿਆ। ਜਦੋਂ ਉਹ ਚੀਕਾਂ ਮਾਰਦੇ ਸੀ, ਜਹਾਂਗੀਰ ਖੜਾ ਦੇਖਦਾ ਸੀ। ਸਮੇਂ ਦਾ ਬਾਦਸ਼ਾਹ ਕਹਿੰਦਾ ਹੁਣ ਬੁਲਾਓ ਆਪਣੇ ਹਮਾਇਤੀ ਨੂੰ। ਇਹ ਜਹਾਂਗੀਰ ਨੇ ਆਖਿਆ। ਹੱਥਾਂ ਪੈਰਾਂ ਦੇ ਵਿੱਚ ਮੇਖਾਂ ਗੜਦੇ ਸਨ। ਗੁਰਮੁਖ ਪਿਆਰਿਓ, ਸੋ ਇਸ ਤਰ੍ਹਾਂ ਦੀਆਂ ਭਿਆਨਕ ਸਜ਼ਾਵਾਂ ਦੇ ਕੇ 13 ਦਿਨ ਲੰਘ ਗਏ। ਇਹਨਾਂ ਨੇ ਕਿਹਾ ਕਿ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਦਾ ਤਾਂ ਕਦੇ ਨਾਮ ਹੀ ਨਹੀਂ ਲਿਆ। ਬੜੀਆਂ ਗੱਲਾਂ ਕਰੀਆਂ, ਅਖੀਰ ਕਹਿਣ ਲੱਗੇ ਬਾਦਸ਼ਾਹ ਸਲਾਮਤ, ਅਸਲੀ ਬੰਦਾ ਤਾਂ ਰਹਿ ਹੀ ਗਿਆ। ਕਹਿੰਦੇ ਹੈ ਕਿੱਥੇ? ਉਹ ਕਹਿੰਦੇ ਅੰਮ੍ਰਿਤਸਰ ਦੇ ਵਿੱਚ ਹੈ, ਰਾਮਦਾਸਪੁਰੇ ਦੇ ਅੰਦਰ ਅਰਜਨ ਮਲ। ਉਸ ਸਮੇਂ ਅਰਜਨ ਮਲ ਕਿਹਾ ਜਾਂਦਾ ਸੀ। ਕਹਿੰਦੇ ਉਸ ਨੂੰ ਆਖਦੇ ਨੇ ਸਿੱਖਾਂ ਦਾ ਗੁਰੂ ਬਣਿਆ ਬੈਠਾ। ਬੜੀਆਂ ਕਹਿੰਦੇ ਲੂਤੀਆਂ ਲਾਈਆਂ। ਅਖੀਰ ਉਸ ਨੇ ਸਿਪਾਹੀ ਭੇਜ ਦਿੱਤੇ ਤੇ ਜਾ ਕੇ ਲੈ ਕੇ ਆਓ ਅਰਜਨ ਮਲ ਨੂੰ। ਮਹਾਰਾਜ ਜੀ ਦੇ ਪਾਸ ਜਦੋਂ ਪਹੁੰਚ ਜਾਂਦੇ ਨੇ ਤੇ ਮਹਾਰਾਜ ਜੀ ਨੇ ਦੇਖ ਲਿਆ ਤੇ ਆਪਣਾ ਸਮਾਂ ਵਿਚਾਰ ਲਿਆ। ਮਹਾਂਪੁਰਸ਼ ਜਾਣੀ ਜਾਣ ਅੰਤਰਜਾਮੀ ਜਦੋਂ ਸਮਾਂ ਵਿਚਾਰ ਲਿਆ, ਉਸ ਵੇਲੇ ਧੰਨ ਧੰਨ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਇਹਨਾਂ ਨੂੰ ਬੁਲਾਇਆ। ਕਹਿਣ ਲੱਗੇ ਅਸੀਂ ਤਾਂ ਹੁਣ ਲਾਹੌਰ ਜਾਣ ਦੀ ਤਿਆਰੀ ਕਰਨੀ ਹੈ ਤੇ ਤੁਸੀਂ ਹਰਗੋਬਿੰਦ ਸਾਹਿਬ ਨੂੰ ਲੈ ਆਇਓ ਬਾਅਦ ਵਿੱਚ। ਤੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿਣ ਲੱਗੇ ਬਾਬਾ ਜੀ ਤਿਲਕ ਦੇ ਦਿਓ ਗੁਰਿਆਈ ਦਾ। ਅਸੀਂ ਇਹਨਾਂ ਨੂੰ ਗੁਰਿਆਈ ਸੌਂਪਦੇ ਹਾਂ ਤੇ ਤੁਸੀਂ ਮੱਥੇ ਤੇ ਤਿਲਕ ਲਾ ਦੇਣਾ। ਕਹਿੰਦੇ ਹੁਣ ਤੁਹਾਡੇ ਤੱਕ ਗੱਲ ਹੈ ਬਾਬਾ ਬੁੱਢਾ ਜੀ ਕਿ ਅਕਾਲ ਪੁਰਖ ਨੂੰ ਭਾਉਂਦਾ ਨਹੀਂ। ਇਹ ਗੱਲ ਧੰਨ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀਆਂ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਅਤੇ ਭਾਈ ਗੁਰਦਾਸ ਜੀ ਨੂੰ ਆਖ ਦਿੱਤੀ ਕਿ ਅਕਾਲ ਪੁਰਖ ਨੂੰ ਭਾਉਂਦਾ ਨਹੀਂ ਕਿ ਅਸੀਂ ਫੇਰ ਵਾਪਸ ਆਈਏ। ਅੰਤਰਜਾਮੀ ਧੰਨ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ। ਸੋ ਸੰਗਤ ਬੇਅੰਤ ਇਕੱਠੀ ਹੋ ਗਈ। ਗੱਲ ਸੁਣ ਕੇ ਸਾਰੀ ਸੰਗਤ ਕਹਿਣ ਲੱਗੀ ਅਸੀਂ ਜਾਣ ਨਹੀਂ ਦੇਣਾ ਚਾਹੁੰਦੇ ਸਤਿਗੁਰੂ ਅਰਜਨ ਦੇਵ ਜੀ ਨੂੰ। ਸੋ ਮਹਾਰਾਜ ਬਚਨ ਕਰਦੇ ਨੇ ਕਿ ਪ੍ਰੇਮੀਓ ਦੇਖੋ ਗੁਰੂ ਦੇ ਭਾਣੇ ਵਿੱਚ ਰਹੀਦਾ। ਭਾਣਾ ਚੰਗਾ ਹੁੰਦਾ ਮੰਨਿਆ, ਜੇ ਭਾਣੇ ਵਿੱਚ ਨਾ ਰਹੀਏ ਤੇ ਦੁੱਖ ਸਹਿਣਾ ਪੈਂਦਾ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੀ ਗੁਰ ਕੀ ਭਾਣੇ ਵਿੱਚ ਆਵੈ। ਆਪਣੇ ਭਾਣੇ ਜੋ ਚੱਲੈ ਭਾਈ, ਵਿਛੜ ਚੋਟਾਂ ਖਾਵੈ। ਕਹਿੰਦੇ ਭਾਣਾ ਮੰਨਿਓ ਪਿਆਰਿਓ, ਭਾਣਾ ਮੰਨੋ ਵਾਹਿਗੁਰੂ ਦਾ। ਜਿਵੇਂ ਸਤਿਗੁਰੂ ਨੂੰ ਭਾਉਂਦਾ ਹੈ ਉਸੇ ਤਰ੍ਹਾਂ ਹੋਣਾ ਹੈ। ਸੋ ਮਹਾਰਾਜ ਜੀ ਨੇ ਪਹਿਲੇ ਦਿਨ ਸਿੱਖ ਸੰਗਤਾਂ ਨੂੰ ਉਪਦੇਸ਼ ਦਿੱਤਾ, ਦਿਲਾਸਾ ਦਿੱਤਾ
ਕਹਿੰਦੇ ਤੁਸੀਂ ਫਿਕਰ ਨਾ ਕਰੋ। ਦੂਸਰੇ ਦਿਨ ਪਿਪਲੀ ਸਾਹਿਬ ਤੱਕ ਸਾਰੀ ਸੰਗਤ ਸਤਿਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀਆਂ ਨੂੰ ਛੱਡਣ ਆਉਂਦੀ ਹੈ। ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਵੀ ਆਪ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਤੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਕਰੀ। ਭਾਈ ਗੁਰਦਾਸ ਜੀ ਨੇ ਵੀ ਨਮਸਕਾਰ ਕੀਤੀ। ਮਹਾਰਾਜ ਜੀ ਨੇ ਕਿਹਾ ਕਿ ਹਰਗੋਬਿੰਦ ਆਪਣੇ ਸਾਹਿਬਜ਼ਾਦੇ ਨੂੰ ਕਿਹਾ ਧੰਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ। ਕਹਿੰਦੇ ਹਰਗੋਬਿੰਦ ਆ ਬਾਬਾ ਜੀ ਦਾ ਸਤਿਕਾਰ ਪੂਰਨ ਰੱਖਿਓ। ਇੰਨੀ ਗੱਲ ਕਹੀ ਤੇ ਨੇਤਰਾਂ 'ਚ ਜਲ ਆ ਗਿਆ ਕਿ ਪਿਤਾ ਜੀ ਜਾ ਰਹੇ ਨੇ, ਹੁਣ ਕਿਵੇਂ ਹੋਏਗਾ। ਇਸ ਤਰ੍ਹਾਂ ਦੱਸਦੇ ਨੇ, ਕਹਿੰਦੇ ਨਦੀਆਂ ਵਹਾ ਮਿਸ਼ੁਨਿਆ ਮੇਲਾ ਸੰਜੋਗੀ ਰਾਮ। ਕਹਿਣ ਲੱਗੇ ਭਰੋਸਾ ਰੱਖਿਓ ਵਾਹਿਗੁਰੂ ਤੇ। ਉਪਦੇਸ਼ ਦਿੱਤਾ। ਬੜੀ ਦੂਰ ਜਾ ਕੇ ਆਪ ਨੇ ਫਿਰ ਪਿੱਛੇ ਮੁੜ ਕੇ ਦੇਖਿਆ ਸਤਿਗੁਰੂ ਅਰਜਨ ਸਾਹਿਬ ਜੀ ਮਹਾਰਾਜ। ਕਹਿੰਦੇ 5 ਸਿੰਘ ਨਾਲ ਲੈ ਲਏ। ਪਹਿਲਾ ਸਿੰਘ ਭਾਈ ਪ੍ਰਾਣਾ ਜੀ, ਦੂਜਾ ਸਿੱਖ ਭਾਈ ਜੇਠਾ ਜੀ, ਤੀਜਾ ਭਾਈ ਨਗਾਹਾ ਜੀ, ਚੌਥਾ ਭਾਈ ਬਿਧੀ ਚੰਦ ਤੇ ਇੱਕ ਹੋਰ ਗੁਰਸਿੱਖ। ਤੇ ਆਪ ਲਾਹੌਰ ਦੇ ਰਸਤੇ ਪੈ ਗਏ। ਧੰਨ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ। ਕਹਿੰਦੇ ਗੁਰਸਿੱਖ ਮੁੜ ਮੁੜ ਦੇਖਦੇ ਜਾਂਦੇ ਨੇ, ਸੰਗਤ ਵੀ ਮੁੜ ਮੁੜ ਕੇ ਦੇਖਦੀ ਜਾਂਦੀ ਹੈ। ਬੜਾ ਕੁਛ ਹੈ ਮਨ ਦੇ ਅੰਦਰ ਕਿ ਮਹਾਰਾਜ ਨੇ ਇਸੇ ਬਚਨ ਕਿਉਂ ਕਰ ਦਿੱਤੇ। ਨਾਲੇ ਅੱਗੇ ਲਾਹੌਰ ਨੂੰ ਵੀ ਵਧੀ ਜਾਂਦੇ ਹੈ ਤੇ ਐਸਾ ਕਰੜਾ ਬਚਨ ਕਦੇ ਕਰਿਆ ਨਹੀਂ ਪਾਤਸ਼ਾਹ ਨੇ। ਸੋ ਅੱਜ ਧਰਮਸ਼ਾਲਾ ਨਹੀਂ ਗਏ, ਜਿੱਥੇ ਅਰਥਮਲ ਦੇ ਚੱਲੇ ਉੱਥੇ ਜਾ ਕੇ ਉਹ ਇੰਤਜ਼ਾਰ ਕਰਦਾ ਰਹਿੰਦਾ ਅਰਥਮਲ। ਤੇ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਤਾਂ ਅੰਤਰਜਾਮੀ ਹੋ, ਘਟ ਘਟਦੇ ਜਾਣਨਹਾਰ ਹੋ। ਮੈਂ ਤਾਂ ਕਈ ਦਿਨਾਂ ਤੋਂ ਦਿਨ ਰਾਤ ਆਪ ਜੀ ਨੂੰ ਯਾਦ ਕਰਦਾ ਹਾਂ। ਮਹਾਰਾਜ ਜੀ ਰਾਤ ਰਹੇ ਤੇ ਕਹਿਣ ਲੱਗੇ ਅਰਥਮਲ ਅਸੀਂ ਹੁਣ ਸਰੀਰ ਇੱਥੇ ਛੱਡ ਦੇਣਾ। ਸਭ ਤੋਂ ਪਹਿਲੀ ਗੱਲ ਅਰਥਮਲ ਨੂੰ ਧੰਨ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਆਖੀ। ਕਹਿੰਦੇ ਅਰਥਮਲ ਅਸੀਂ ਹੁਣ ਇਹ ਸਰੀਰ ਇੱਥੇ ਛੱਡ ਦੇਣਾ। ਕਹਿੰਦੇ ਸੱਚੇ ਪਾਤਸ਼ਾਹ ਐਸਾ ਭਾਣਾ ਵਰਤਾਉਣ ਆਏ ਹੋ। ਕਹਿੰਦੇ ਹਾਂ ਜੀ। ਅਗੰਮ ਵਾਚ ਲਿਆ, ਅੱਗੋਂ ਪੜਤਾਲ ਕਰ ਲਈ। ਆਉਣ ਵਾਲਾ ਸਮਾਂ ਸਤਿਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਧਿਆਨ ਵਿੱਚ ਸੀ। ਕਹਿੰਦੇ ਅਰਥਮਲ ਸਾਨੂੰ ਇੱਥੇ ਸਰੀਰ ਛੱਡਣਾ ਪੈਣਾ। ਸੋ ਉਸ ਵੇਲੇ ਉਸਨੇ ਬੜੇ ਹੀ ਵਿਰਾਗ ਦੇ ਵਿੱਚ ਆ ਕੇ ਬੇਨਤੀ ਕੀਤੀ ਕਿ ਪਾਤਸ਼ਾਹ ਜਿਸ ਪਿਆਰੇ ਸਿਉ ਨੇਹਾ ਤਿਸ ਆਗੇ ਮਰ ਚੱਲੀਐ। ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ। ਪਾਤਸ਼ਾਹ ਕਿਵੇਂ ਜਿਉਂਦਾ ਰਹਾਂਗਾ, ਮੈਂ ਨਹੀਂ ਜਿਉ ਸਕਦਾਗਾ ਆਪ ਤੋਂ ਬਿਨਾਂ। ਮਹਾਰਾਜ ਕਹਿੰਦੇ ਕੋਈ ਨਹੀਂ, ਹੌਸਲਾ ਰੱਖ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਤੋਂ 40 ਦਿਨਾਂ ਤੋਂ ਬਾਅਦ ਤੂੰ ਵੀ ਸਾਡੇ ਕੋਲ ਆ ਜਾਣਾ। ਇਹ ਭਾਈ ਅਰਥਮਲ ਨੂੰ ਗੱਲ ਆਖ ਦਿੱਤੀ।
ਕਹਿੰਦੇ ਕਿ ਅਸੀਂ ਚਲੇ ਜਾਣਾ ਤੇ 40 ਦਿਨਾਂ ਬਾਅਦ ਭਾਈ ਅਰਥਮਲ ਤੂੰ ਵੀ ਸਾਡੇ ਕੋਲ ਉੱਥੇ ਹੀ ਆ ਜਾਣਾ, 40 ਦਿਨ ਇੰਤਜ਼ਾਰ ਕਰ ਲਈ ਆਦੇ। ਅਸੀਂ ਇੱਥੇ 4-5 ਦਿਨ ਰਹਿਣਾ ਹੈ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ ਫਿਰ ਤਾਂ ਮਗਰੋਂ ਸਾਡੇ ਥੋੜ੍ਹੇ ਹੀ ਦਿਨ ਰਹਿ ਗਏ। ਇਉਂ ਨਹੀਂ ਕਰੀਦਾ, ਕਾਹਲੀ ਨਹੀਂ ਕਰੀਦੀ ਹੁੰਦੀ। ਸਮੇਂ ਸਿਰ ਜਿਹੜਾ ਫਲ ਪੱਕਦਾ ਹੈ ਨਾ ਉਹ ਮਿੱਠਾ ਹੁੰਦਾ ਹੈ। ਕੱਚਾ ਫਲ ਨਹੀਂ ਤੋੜੀਦਾ, ਭਾਣਾ ਮੰਨ ਲਈਦਾ ਪ੍ਰੇਮੀਆਂ। ਸੋ ਉਸ ਵੇਲੇ ਮਹਾਰਾਜ ਜੀ ਦੂਸਰੇ ਦਿਨ ਦਰਬਾਰ ਵਿੱਚ ਬੁਲਾਏ ਜਾਂਦੇ ਨੇ। ਉੱਥੇ ਜਦੋਂ ਜਹਾਂਗੀਰ ਨੇ 3-4 ਸਵਾਲ ਕਰੇ ਨਾ, ਧੰਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਨੂੰ ਕਹਿਣ ਲੱਗਿਆ ਕਿ ਇੱਕ ਤਾਂ ਤੁਸੀਂ ਗ੍ਰੰਥ ਰਚਿਆ ਹੈ, ਕਿਉਂ ਪਹਿਲੀ ਕਥਾ ਵਿੱਚ ਆਪ ਜੀ ਸਰਵਣ ਕਰ ਰਹੇ ਸੀ ਅਤੇ ਕੀਤਾ ਹੈ, ਸੁਣਿਆ ਹੈ ਗੁਰੂ ਗ੍ਰੰਥ ਸਾਹਿਬ ਦੀ ਰਚਨਾ। ਇਹ ਪਹਿਲਾ ਸਵਾਲ ਜਹਾਂਗੀਰ ਨੇ ਆਖਿਆ ਕਿ ਇੱਕ ਤਾਂ ਤੁਸੀਂ ਗ੍ਰੰਥ ਰਚਿਆ, ਉਹਦੇ ਵਿੱਚ ਹਿੰਦੂਆਂ ਦੀ, ਮੁਸਲਮਾਨਾਂ ਦੀ, ਪੈਗੰਬਰਾਂ ਦੀ ਨਿਖੇਧੀ ਕਰੀ ਹੈ। ਦੂਸਰੀ ਇਹ ਕਿ ਤੁਸੀਂ ਚੋਰ ਚਕਾਰ ਬਹੁਤ ਰੱਖਦੇ ਹੋ। ਤੀਸਰਾ ਸਵਾਲ ਇਹ ਹੈ ਕਿ ਤੁਸੀਂ ਬਾਗੀ ਨੂੰ ਮਦਦ ਦਿੱਤੀ, ਟਿੱਕਾ ਲਾਇਆ ਤੇ ਉਸ ਨੂੰ ਰੋਟੀ ਦੇ ਦਿੱਤੀ ਹੈ ਤੇ 2 ਦਿਨ ਆਪਣੇ ਕੋਲ ਠਹਿਰਾਇਆ। ਚੌਥੀ ਗੱਲ ਅਰਜਨ ਇਹ ਹੈ, ਸਿੱਧਾ ਪਾਤਸ਼ਾਹ ਨੂੰ ਇਹ ਸ਼ਬਦ ਬੋਲਿਆ ਜਹਾਂਗੀਰ। ਚੌਥੀ ਗੱਲ ਇਹ ਹੈ ਕਿ ਤੁਸੀਂ ਹਿੰਦੂ ਦੇ ਵੀ ਵੈਰੀ ਤੇ ਮੁਸਲਮਾਨ ਦੇ ਵੀ ਵੈਰੀ ਹੋ। ਮਹਾਰਾਜ ਕਹਿੰਦੇ ਜਹਾਂਗੀਰ ਬਾਦਸ਼ਾਹ, ਗੁਰੂ ਨਾਨਕ ਦਾ ਘਰ ਹੈ, ਇਹ ਨਾ ਕਿਸੇ ਦਾ ਦੁਖੀ ਹੈ ਤੇ ਨਾ ਕਿਸੇ ਦਾ ਮਿੱਤਰ ਹੈ। ਮਹਾਰਾਜ ਬਾਣੀ 'ਚ ਕਹਿੰਦੇ ਅਵਲ ਅਲਹ ਨੂਰ ਉਪਾਇਆ, ਕੁਦਰਤ ਕੀ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਲੋਗਾਂ ਭਰਮ ਨਾ ਭੁੱਲੋ ਪਾਈ, ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਹਿਓ ਸਰਬ ਠਾਈ। ਜਹਾਂਗੀਰ ਬਾਦਸ਼ਾਹ ਨੂੰ ਸਤਿਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਜਦੋਂ ਆਖਿਆ ਨੇ, ਬਾਦਸ਼ਾਹ ਇਹ ਗੁਰੂ ਨਾਨਕ ਦਾ ਘਰ ਹੈ, ਨਾ ਕਿਸੇ ਦਾ ਦੁਖੀ ਹੈ ਤੇ ਨਾ ਕਿਸੇ ਦਾ ਮਿੱਤਰ ਹੈ। ਕਹਿੰਦੇ ਕਿ ਸਾਡਾ ਤਾਂ ਨਿਸ਼ਚਾ ਹੈ। ਉਹਨਾਂ ਕਿਹਾ ਕਿ ਇਨਸਾਨ ਜਿਹੜਾ ਹੈ ਸਭ ਇੱਕ ਹੈ, ਇੱਥੇ 2 ਨਹੀਂ। ਨੇਕ ਅਮਲਾਂ ਵਾਲਾ ਜਿਹੜਾ ਹੈ ਉਹ ਪਾਰ ਹੋ ਜਾਂਦਾ ਹੈ, ਜਿਹੜਾ ਬਦ ਅਮਲ ਕਰਦਾ ਹੈ ਉਹ ਕੁਫਰ ਕਰਦਾ ਹੈ, ਉਸ ਨੂੰ ਦੋਜ਼ਖ ਵਿੱਚ ਜਾਣਾ ਪੈਂਦਾ, ਉਹਨੂੰ ਦੋਜ਼ਖ ਦੀ ਅੱਗ ਸਹਿਣੀ ਪੈਂਦੀ ਹੈ। ਇਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਜਹਾਂਗੀਰ ਬਾਦਸ਼ਾਹ ਨੂੰ ਗੱਲ ਆਖੀ, ਕਿਉਂਕਿ ਅੱਲਾਹ ਤਾਲਾ ਦੀ ਅਸੀਂ ਭਗਤੀ ਸਿਖਾਉਂਦੇ ਹਾਂ। ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਪਿਆਰ ਸਿਖਾਲਦੇ ਹਾਂ, ਸਾਰੀ ਖਲਕਤ ਦੇ ਨਾਲ ਅਸੀਂ ਪਿਆਰ ਕਰਦੇ ਹਾਂ। ਅਸੀਂ ਹਿਰਦੇ ਤੋਂ ਕਹਿੰਦੇ ਹਾਂ ਕਿ ਜਿੰਨੀ ਖਲਕਤ ਨਜ਼ਰ ਆਉਂਦੀ ਹੈ ਨਾ, ਮਹਾਰਾਜ ਬਚਨ ਕੀਤਾ ਹੈ ਸਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਹਿਓ ਸਰਬ ਠਾਈ। ਜਿੰਨੀ ਖਲਕਤ ਜਿੰਨੀ ਜਨਤਾ ਨਜ਼ਰ ਆਉਂਦੀ ਹੈ, ਕਹਿੰਦੇ ਅਸੀਂ ਹਿਰਦੇ ਤੋਂ ਕਹਿੰਦੇ ਹਾਂ ਕਿ ਦੁਨੀਆ ਨਜ਼ਰ ਆਉਂਦੀ ਜਿੰਨੀ ਸਾਰੀ ਪਰਮੇਸ਼ਰ ਦਾ ਨੂਰ ਹੈ। ਅਵਲ ਅੱਲਾ ਹੈ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਕਹਿੰਦੇ ਸਾਰੀ ਜਨਤਾ ਦੇ ਵਿੱਚ, ਸਾਰੀ ਖਲਕਤ ਦੇ ਵਿੱਚ, ਸਾਰੀ ਕਾਇਨਾਤ ਦੇ ਵਿੱਚ
ਉਸ ਮਾਲਕ ਦਾ, ਪਰਮੇਸ਼ਰ ਦਾ ਨੂਰ ਹੈ। ਕਹਿੰਦੇ ਬਾਦਸ਼ਾਹ ਗੁਰੂ ਨਾਨਕ ਮਤ ਹੈ ਕਿ ਸਾਰੀ ਸ੍ਰਿਸ਼ਟੀ ਅੱਲਾ ਦਾ ਨੂਰ ਹੈ, ਆਪਣੀ ਹੀ ਹੈ, ਇੱਥੇ ਗੈਰ ਕੋਈ ਨਹੀਂ ਹੈ। ਸੋ ਅਸੀਂ ਕਿਸੇ ਦੀ ਵਿਰੋਧਤਾ ਨਹੀਂ ਕਰਦੇ। ਧੰਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਨੇ ਜਹਾਂਗੀਰ ਬਾਦਸ਼ਾਹ ਨੂੰ ਇਹ ਬਚਨ ਆਖੇ ਕਿ ਬਾਦਸ਼ਾਹ ਅਸੀਂ ਕਿਸੇ ਦੀ ਵਿਰੋਧਤਾ ਨਹੀਂ ਕਰਦੇ। ਅਸੀਂ ਤਾਂ ਕਰਦੇ ਹਾਂ, ਨਮਾਜ਼ ਪੜ੍ਹਨ ਵਾਲੇ ਨੂੰ ਅਸੀਂ ਕਹਿੰਦੇ ਹਾਂ, ਕਦੇ ਆਖਿਆ ਕਿ ਨਮਾਜ਼ ਨਾ ਪੜ੍ਹ? ਨਾ ਭਾਈ, ਤੂੰ ਮੁਸਲਮਾਨ ਹੈ, ਆਪਣੇ ਧਰਮ 'ਚ ਪੱਕਾ ਰਹਿ। ਜੇ ਤੂੰ ਹਿੰਦੂ ਹੈ ਤੇ ਆਪਣੇ ਧਰਮ 'ਚ ਪਰਪੱਕ ਰਹਿ। ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਨੇ ਬਚਨ ਕੀਤੇ, ਪੰਜ ਨਵਾਜਾ ਵਖਤ ਪੰਜ, ਪੰਜਾ ਪੰਜੇ ਨਾਉ, ਪਹਿਲਾ ਸੱਚ ਹਲਾਲ ਦੋਇ, ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਸ ਮਾਨੋ, ਪੰਜਵੀਂ ਸਿਫਤ ਸਨਾਏ, ਕਰਨੀ ਕਲਮਾ ਆਖ ਕੈ, ਤਬ ਮੁਸਲਮਾਨ ਸਦਾਏ। ਨਾਨਕ ਜੀਤੇ ਕੂੜਿਆਰ, ਕੂੜਾ ਕੂੜੀ ਪਾਏ। ਅਸੀਂ ਤਾਂ ਇਹ ਦੱਸਦੇ ਹਾਂ ਕਿ ਮਨ ਨੂੰ ਇਕਾਗਰ ਕਰ ਤੇ ਨਮਾਜ਼ ਪੜ੍ਹ। ਇਸੇ ਤਰ੍ਹਾਂ ਹਿੰਦੂ ਨੂੰ ਹੈ ਕਿ ਤੂੰ ਤੀਰਥ 'ਤੇ ਜਾਂਦਾ, ਤੀਰਥ 'ਤੇ ਜਾ। ਤੇ ਮਹਾਰਾਜ ਕਹਿੰਦੇ ਤੀਰਥ ਨਾਵਾਂ ਜੇ ਤਿਸ ਪਾਵਾ, ਵਿਣ ਭਾਣੇ ਕੇ ਨਾਏ ਕਰੀ। ਪਰਮੇਸ਼ਰ ਨੂੰ ਭਾ ਜੇ ਤੀਰਥਾਂ 'ਤੇ ਇਸ਼ਨਾਨ ਕਰਨਾ ਹੈ, ਪਰਮੇਸ਼ਰ ਨੂੰ ਚੰਗਾ ਲੱਗ ਜੇ ਤੀਰਥਾਂ 'ਤੇ ਇਸ਼ਨਾਨ ਕਰਨਾ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ, ਅੰਤਰ ਗਿਆਨ ਹੈ। ਕਹਿੰਦੇ ਪਰਮੇਸ਼ਰ ਨੂੰ ਭਾ ਜੇ ਤੀਰਥਾਂ 'ਤੇ ਇਸ਼ਨਾਨ ਕਰਨਾ। ਹਿੰਦੂ ਲਈ ਤਕੀਦ ਕਰ ਦਿੱਤਾ, ਮੁਸਲਮਾਨ ਲਈ ਤਕੀਦ ਕਰ ਦਿੱਤਾ। ਇਸ ਤਰ੍ਹਾਂ ਦੇ ਨਾਲ ਅਸੀਂ ਕਿਸੇ ਨਾਲ ਕੋਈ ਵਿਰੋਧਤਾ ਨਹੀਂ ਕਰਦੇ। ਜਹਾਂਗੀਰ, ਤੁਹਾਨੂੰ ਕਿਸੇ ਨੇ ਐਵੇਂ ਗੱਲਾਂ ਬਾਤਾਂ ਲਾਈਆਂ, ਕਹਿੰਦੇ ਬਹੁਤ ਭਰਮਾ ਦਿੱਤਾ। ਸਾਰੇ ਇਨਸਾਨ ਇੱਕੋ ਜਿਹੇ ਨਹੀਂ ਹੁੰਦੇਗੇ। ਕਿਸੇ ਨੂੰ ਗੱਲ ਚੰਗੀ ਲੱਗਦੀ ਹੈ, ਕਿਸੇ ਨੂੰ ਨਹੀਂ ਲੱਗਦੀ। ਬਹੁਤ ਵਾਰੀ ਪੁੱਛ ਪਛਾਕਾ ਹੋ ਚੁੱਕਿਆ ਹੈ ਗੁਰੂ ਅਰਜਨ ਸਾਹਿਬ ਜੀ ਬਾਰੇ। ਪਹਿਲਾਂ ਵੀ ਕਹਿੰਦੇ ਬਹੁਤ ਦਫ਼ਤਰਾਂ 'ਚ ਤੁਹਾਡੀਆਂ ਰਿਪੋਰਟਾਂ ਆਈਆਂ। ਬਾਕੀ ਜਿਹੜਾ ਗ੍ਰੰਥ ਨੂੰ ਕਹਿੰਦੇ ਉਹ ਤਾਂ ਆਪ ਜੀ ਦੇ ਪਿਤਾ ਨੇ ਚੰਗੀ ਤਰ੍ਹਾਂ ਗੁਰਦਾਸਪੁਰ ਇੱਥੇ ਬਟਾਲੇ ਦੇ ਪਾਸ ਇੱਕ ਜਗ੍ਹਾ ਬਣੀ ਹੈ, ਜਿੱਥੇ ਜਹਾਂਗੀਰ ਦੇ ਬਾਦਸ਼ਾਹ ਪਿਤਾ ਨੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤੇ। ਉਹਨੂੰ ਚੰਗੀ ਤਰ੍ਹਾਂ ਹੱਥ ਰੱਖ ਰੱਖ ਕੇ ਸੁਣਿਆ ਜਹਾਂਗੀਰ ਦੇ ਪਿਤਾ ਜੀ ਨੇ। ਕਹਿੰਦੇ ਕਿ ਅਖੀਰ ਉਹਨਾਂ ਨੂੰ ਨਮਸਕਾਰ ਕਰੀ ਤੇ ਸਿਰੋਂ ਭਾਉ ਭੇਟ ਕਰਿਆ, ਮੋਹਰਾਂ ਭੇਟ ਕਰੀਆਂ। ਉਸ ਵਿੱਚ ਨਾ ਤਾਂ ਕਿਸੇ ਨੂੰ ਬੁਰਾ ਨਹੀਂ ਲਿਖਿਆ। ਕਹਿੰਦੇ ਨੇ ਜੇ ਕਿਸੇ ਨੂੰ ਬੁਰਾ ਨਹੀਂ ਲਿਖਿਆ ਤੇ ਮੁਹੰਮਦ ਸਾਹਿਬ ਦੀ ਵਡਿਆਈ ਲਿਖ ਦਿਓ ਫਿਰ ਇਹਦੇ ਵਿੱਚ। ਇਹ ਜਹਾਂਗੀਰ ਬਾਦਸ਼ਾਹ ਨੇ ਆਖਿਆ ਸਤਿਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ। ਕਹਿੰਦੇ ਜੇ ਕਿਸੇ ਨੂੰ ਬੁਰਾ ਨਹੀਂ ਨਾ ਲਿਖਿਆ ਤੇ ਮੁਹੰਮਦ ਸਾਹਿਬ ਦੀ ਵਡਿਆਈ ਇਹਦੇ ਵਿੱਚ ਲਿਖ ਦਿਓ, ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਮਹਾਰਾਜ ਜੀ ਨੇ ਕਿਹਾ ਕਿ ਇਹ ਕਿਸੇ ਦਾ ਆਪਣਾ ਨਹੀਂ ਹੈ, ਇਹ ਆਪਣਾ ਨਹੀਂ ਹੈ। ਮਹਾਰਾਜ ਜੀ ਨੇ ਆਖਿਆ ਕਿ ਇਹਦਾ ਇਸਲਾਮ ਕਿਸੇ ਦਾ ਆਪਣਾ ਨਹੀਂ, ਇਹ ਤਾਂ ਧੁਰਦਰਗਾਹ ਦਾ ਇਲਹਾਮ ਹੈ। ਬਾਦਸ਼ਾਹ ਸਲਾਮਤ ਕਹਿੰਦੇ ਇਹਦੇ ਵਿੱਚ ਆਪਣੀ ਕੋਈ ਵੀ ਗੱਲ ਨਹੀਂ ਲਿਖੀ ਅਸੀਂ, ਇਹ ਤਾਂ ਧੁਰਦਰਗਾਹ ਦੀ ਗੱਲ ਹੈ। ਤੇ ਰੋਜ਼ ਗੁਰਮੁਖ ਪਿਆਰਿਆਂ ਤੋਂ ਕਈ ਵਾਰ ਸੁਣਦੇ ਵੀ ਧੁਰ ਕੀ ਬਾਣੀ ਆਈ,
ਤਿਨ ਸਗਲੀ ਚਿੰਤ ਮਿਟਾਈ। ਇਹ ਤਾਂ ਧੁਰ ਦੀਆਂ ਗੱਲਾਂ ਇਹਦੇ ਵਿੱਚ ਲਿਖੀਆਂ। ਧੁਰ ਦਰਗਾਹ ਤੋਂ ਜੋ ਬਚਨ ਆਏ ਉਹ ਇਹਦੇ ਵਿੱਚ ਦਰਜ ਹੋਏ ਹੈ। ਇੱਥੇ ਕਿਸੇ ਦੀ ਆਪਣੀ ਪ੍ਰਸ਼ੰਸਾ ਨਹੀਂ ਕੀਤੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਇਹ ਸਾਰੇ ਧਰਮਾਂ ਦਾ ਬਰਾਬਰ ਹੈ, ਸਾਰੇ ਧਰਮ ਇਸ ਨੂੰ ਨਮਸਕਾਰ ਕਰਦੇ ਆ ਬਾਦਸ਼ਾਹ। ਇਹਦੇ ਵਿੱਚ ਕਿਸੇ ਦਾ ਆਪਣਾ ਨਹੀਂ ਲਿਖਿਆ ਗਾ, ਆਪਣੀ ਪ੍ਰਸ਼ੰਸਾ ਨਹੀਂ ਲਿਖ ਸਕਦੇ ਅਸੀਂ ਕਿਸੇ ਦੀ। ਕਹਿੰਦੇ ਤੁਹਾਨੂੰ ਕਿਸੇ ਨੇ ਗਲਤ ਇਹ ਰਾਏ ਦੇ ਦਿੱਤੀ ਹੈ। ਕਹਿੰਦੇ ਤੀਸਰਾ, ਆਪ ਦੇ ਸਾਹਿਬਜ਼ਾਦੇ ਨੂੰ ਮਦਦ ਦੇਣ ਦਾ ਸਵਾਲ ਸੀ, ਅਸੀਂ ਤਾਂ ਉੱਥੇ ਹੀ ਨਹੀਂ ਸੀ। ਇਹ ਤੁਹਾਨੂੰ ਐਵੇਂ ਕਿਸੇ ਨੇ ਇੰਨੀ ਦੇਰ ਤੋਂ ਬਾਅਦ ਗੱਲ ਕਹਿ ਦਿੱਤੀ। ਸਤਿਗੁਰੂ ਅਰਜਨ ਸਾਹਿਬ ਜੀ ਮਹਾਰਾਜ ਜਹਾਂਗੀਰ ਬਾਦਸ਼ਾਹ ਨੂੰ ਆਖਿਆ, ਤੇ ਬਾਕੀ ਅਸੀਂ ਕਿਸੇ ਦੇ ਡਾਕੂ ਨਹੀਂ, ਕਿਸੇ ਤਰ੍ਹਾਂ ਦੇ ਡਾਕੂ ਨਹੀਂ ਰੱਖਦੇ ਗੇ। ਅਸੀਂ ਕੋਈ ਡਾਕੂ ਨਹੀਂ ਰੱਖਦੇ ਗੇ। ਸਾਡੇ ਕੋਲ ਤੇ ਸਾਰੂ ਸਾਧੂ ਨੇ, ਬੰਦਗੀ ਕਰਦੇ ਨੇ, ਅੰਮ੍ਰਿਤ ਵੇਲੇ ਜਾਗਦੇ ਨੇ, ਕਿਸੇ ਦਾ ਬੁਰਾ ਨਹੀਂ ਕਰਦੇ ਗੇ, ਸੰਸਾਰ ਦਾ ਭਲਾ ਕਰਦੇ ਹਾਂ। ਤੇ ਕਹਿੰਦੇ ਜਦੋਂ ਲਾਹੌਰ ਦੇ ਅੰਦਰ ਕਾਲ ਪਿਆ ਹੈ ਨਾ, ਜਦੋਂ ਲਾਹੌਰ ਦੇ ਅੰਦਰ ਕਾਲ ਪੈ ਗਿਆ ਤਾਂ ਇੱਥੇ ਲੋਥਾਂ ਨਾਲ ਭਰ ਗਿਆ ਸਾਰਾ ਲਾਹੌਰ। ਇਹ ਸਾਡੇ ਹੀ ਗੁਰਸਿੱਖ ਸੀ ਜਿਹੜੇ ਲੋਥਾਂ ਨੂੰ ਚੁੱਕ ਚੁੱਕ ਕੇ ਸੰਸਕਾਰ ਕਰਦੇ ਸੀ, ਦਬਾਉਣ ਵਾਲੇ ਨੂੰ ਦੱਬਦੇ ਸੀ। ਜਦੋਂ ਕਾਲ ਪਿਆ ਸੀ ਉਸ ਵੇਲੇ ਸਾਡੇ ਗੁਰਸਿੱਖ ਸੀ ਜਿਹੜੇ ਪਿੰਡਾਂ ਵਿੱਚ ਜਾ ਕੇ ਤਕੜੇ ਗੁਰਸਿੱਖ ਨੂੰ ਕਹਿੰਦੇ ਸੀ ਕਿ ਦਾਣੇ ਦੇ, ਮਾੜਿਆਂ ਨੂੰ ਕਹਿੰਦੇ ਸੀ ਕਿ ਦੇ ਦਿਓ, ਵੰਡ ਕੇ ਖਾ ਲਓ। ਇਹ ਗੁਰਸਿੱਖਾਂ ਦੇ ਵਿੱਚ ਇਹ ਰੀਤ ਚੱਲੀ ਸੀ ਕਿ ਵੱਡਿਆਂ ਕੋਲ ਜਾਣਾ, ਦਾਣਾ ਉਹਨਾਂ ਤੋਂ ਲੈ ਆਉਣਾ, ਧਨ ਉਹਨਾਂ ਤੋਂ ਲੈ ਆਉਣਾ ਤੇ ਗਰੀਬ ਗੁਰਬਿਆਂ ਵਿੱਚ ਵੰਡ ਕੇ ਉਹਨਾਂ ਦੀ ਸੇਵਾ ਕਰਨੀ। ਕਹਿੰਦੇ ਮਰਨ ਤੋਂ ਬਚਾਏ ਉਸ ਟਾਈਮ 'ਤੇ ਜਦੋਂ ਕਾਲ ਪਿਆ ਲਾਹੌਰ ਦੇ ਵਿੱਚ। ਜਹਾਂਗੀਰ ਬਾਦਸ਼ਾਹ ਇਹ ਗੱਲਾਂ ਸੁਣ ਕੇ ਸਤਿਗੁਰੂ ਅਰਜਨ ਦੇਵ ਜੀ ਤੋਂ ਇੱਕ ਵਾਰ ਠਰਮਰ ਗਿਆ। ਇਹਦੇ ਵਿੱਚ ਲਿਹਾਜ਼ ਨਾ ਕਰਿਆ ਉਹਨੇ, ਪਰਖਿਆ ਕਿ ਨਾ ਹਿੰਦੂ ਦਾ, ਨਾ ਮੁਸਲਮਾਨ ਦਾ, ਨਾ ਸਿੱਖ ਦਾ, ਇਹਦੇ ਵਿੱਚ ਕੋਈ ਲਿਹਾਜ਼ ਨਹੀਂ ਹੈ। ਸਾਰੀ ਜਨਤਾ ਅਸੀਂ ਇੱਕ ਨਜ਼ਰ ਨਾਲ ਤੱਕਦੇ ਹਾਂ। ਬਾਦਸ਼ਾਹ ਤੈਨੂੰ ਕਿਸੇ ਨੇ ਗਲਤ ਭਰਮਾ ਦਿੱਤਾ ਹੈ? ਕਹਿੰਦੇ ਦੇਖਦੇ ਹਾਂ। ਕਿਉਂਕਿ ਜਹਾਂਗੀਰ ਨੂੰ ਬਹੁਤ ਭਖਾਇਆ ਹੋਇਆ ਸੀ। ਜਦੋਂ ਕਿਸੇ ਨੂੰ ਸਜ਼ਾ ਦੇਣੀ ਹੋਵੇ ਨਾ, ਜਦੋਂ ਕਿਸੇ 'ਤੇ ਝੂਠਾ ਇਲਜ਼ਾਮ ਲਗਾਇਆ ਜਾਣਾ, ਤੇ ਕੋਈ ਨਾ ਕੋਈ ਸਾਈਡ ਤੋਂ ਕੰਨ ਭਰ ਕੇ ਉਹਦੀ ਬਦਨਾਮੀ ਕਰਾਉਣ ਦੀ ਖਾਤਰ ਬੜਾ ਹੀ ਗਲਤ ਕਦਮ ਚੱਕ ਲੈਂਦੇ ਹੈ। ਕਹਿੰਦੇ ਬਹੁਤ ਭਖਾਇਆ ਗਿਆ ਜਹਾਂਗੀਰ ਬਾਦਸ਼ਾਹ ਨੂੰ। ਇਸ ਨੇ ਕਿਹਾ ਕਿ ਮੈਂ ਨਹੀਂ ਜਾਣਦਾ ਗਾ, ਮੇਰੇ ਕੋਲ ਸਮਾਂ ਨਹੀਂ ਹੈ ਤਹਿਕੀਕਾਤ ਕਰਨ ਦਾ। ਤਹਿਕੀਕਾਤ ਕਹਿੰਦੇ ਗੱਲਬਾਤ ਕਰਨ ਦਾ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀਆਂ ਨੂੰ ਇਹ ਗੱਲ ਜਿਹੜੀ ਬਾਦਸ਼ਾਹ ਨੇ ਆਖ ਕੇ ਦਿੱਤੀ, ਕਹਿੰਦੇ ਕਿ ਅਰਜਨ ਤਹਿਕੀਕਰਨ ਕਰਨ ਦਾ ਤੇ ਮੇਰੇ ਕੋਲ ਸਮਾਂ ਨਹੀਂ ਹੈ, ਤੇ 2.5 ਲੱਖ ਆਪ ਨੂੰ ਜੁਰਮਾਨਾ ਹੈ। ਧੰਨ ਧੰਨ ਗੁਰੂ ਅਰਜਨ ਸਾਹਿਬ ਦੇ ਸਮੇਂ 2.5 ਲੱਖ ਜੁਰਮਾਨਾ। ਕਹਿੰਦੇ ਇਹ ਭਰੋ, ਨਹੀਂ ਤਾਂ ਦੀਨ ਇਹ ਇਸਲਾਮ ਕਬੂਲ ਕਰ ਲਓ। ਕਹਿੰਦੇ ਜੇ 2.5 ਲੱਖ ਜੁਰਮਾਨਾ ਨਹੀਂ ਭਰਨਾ ਤਾਂ ਦੀਨ ਇਹ ਇਸਲਾਮ, ਕਹਿੰਦੇ ਮੁਸਲਮਾਨ ਬਣਨਾ ਮਨਜ਼ੂਰ ਕਰ ਲਓ। ਮਹਾਰਾਜ ਜੀ ਨੇ ਕਿਹਾ ਕਿ ਠੀਕ ਹੈ, ਮਾਰ ਤੇ ਜਵਾਲਣ ਵਾਲਾ ਪ੍ਰਭੂ ਆਪ ਹੈ। ਕਹਿੰਦੇ ਉਸ ਨੂੰ ਪਾਉਂਦਾ ਤੇ ਉਹ ਮਾਰੇਗਾ, ਨਹੀਂ ਪਾਉਂਦਾ ਤੇ ਜਹਾਂਗੀਰ ਸਾਨੂੰ ਕੋਈ ਮਾਰ ਨਹੀਂ ਸਕੇਗਾ। ਇਹ ਬਾਦਸ਼ਾਹ ਜਹਾਂਗੀਰ ਨੂੰ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਇਹ ਜਦੋਂ ਗੱਲ ਆਖੀ ਨਾ, ਕਹਿੰਦੇ ਕਿ ਸਾਨੂੰ ਮਾਰਨ ਵਾਲਾ ਕੋਈ ਨਹੀਂ ਹੈ, ਉਹ ਪਰਮਾਤਮਾ ਨੇ ਜੇ ਮਾਰਨਾ ਤੇ ਸਾਨੂੰ ਮਾਰ ਦੇਣਾ, ਪਰ ਤੂੰ ਮਾਰਨ ਵਾਲਾ ਨਹੀਂ। ਜੇ ਸਾਡੇ ਤੱਕ ਜਿੱਥੋਂ ਤੱਕ ਸਾਡੇ ਸਵਾਸ ਲਿਖੇ ਹੈ ਉਹ ਸਾਨੂੰ ਇਸ ਦੁਨੀਆ 'ਤੇ ਭੋਗਣੇ ਹੀ ਪੈਣੇ ਆ। ਉਸ ਤੋਂ ਬਾਅਦ ਬਾਦਸ਼ਾਹ ਜਹਾਂਗੀਰ ਚਲਿਆ ਗਿਆ ਤੇ ਚੰਦੂ ਸੀ ਨਾ ਜਿਹੜਾ, ਉਹ ਕੋਲ ਸੀ ਉਸ ਟਾਈਮ 'ਤੇ। ਕਹਿਣ ਲੱਗਿਆ ਬਾਦਸ਼ਾਹ ਸਲਾਮਤ। ਚੰਦੂ ਨੇ ਦੋਵੇਂ ਹੱਥ ਜੋੜ ਕੇ ਤੇ ਜਹਾਂਗੀਰ ਬਾਦਸ਼ਾਹ ਨੂੰ ਆਪਣੇ ਮਨ ਦੇ ਵਿੱਚੋਂ ਕਲਾਮ ਕੀਤੀ। ਇੱਕ ਹੱਥ ਜਦੋਂ ਮੱਥੇ 'ਤੇ ਲਾਇਆ, ਨਾਲ ਨੱਕ ਨੂੰ ਟੱਚ ਕੀਤਾ ਤੇ ਛਾਤੀ ਤੱਕ ਲੈ ਆਇਆ ਚੰਦੂ ਆਪਣਾ ਹੱਥ ਸੱਜਾ,
ਤੇ ਝੁਕ ਕੇ ਸਲਾਮ ਕੀਤੀ। ਕਹਿੰਦੇ ਬਾਦਸ਼ਾਹ ਸਲਾਮਤ, ਜੇ ਆਗੇ ਹੋਵੇ ਤਾਂ ਮੈਂ 4 ਦਿਨ ਠਹਿਰ ਜਾਵਾਂ ਇੱਥੇ। ਇਹ ਚੰਦੂ ਨੇ ਜਹਾਂਗੀਰ ਬਾਦਸ਼ਾਹ ਨੂੰ ਆਖਿਆ ਤੇ ਮੈਨੂੰ ਤੁਹਾਨੂੰ ਛੇਤੀ ਮੈਂ ਬਾਅਦ ਵਿੱਚ ਤੁਹਾਡੇ ਨਾਲ ਮਿਲਾਪ ਕਰਾਂਗਾ, ਜੁਰਮਾਨਾ ਇਸ ਨੇ ਇਸ ਤਰ੍ਹਾਂ ਨਹੀਂ ਦੇਣਾਗਾ। ਇਹ ਗੱਲ ਚੰਦੂ ਨੇ ਜਹਾਂਗੀਰ ਬਾਦਸ਼ਾਹ ਨੂੰ ਆਖ ਦਿੱਤੀ। ਕਹਿੰਦੇ ਕਿ ਜਿਹੜਾ 2.5 ਲੱਖ ਜੁਰਮਾਨਾ ਤੁਸੀਂ ਆਖਿਆ ਇਹਨੂੰ ਭਰ ਦਿਓ। ਇਸ ਨੇ ਇਹ ਜੁਰਮਾਨਾ 2.5 ਲੱਖ ਰੁਪਈਆ ਐ ਨਹੀਂ ਦੇਣਾਗਾ, ਤੁਸੀਂ 4 ਦਿਨ ਮੈਨੂੰ ਇਹਨੂੰ ਦਿਓ। ਇਹ ਚੰਦੂ ਨੇ ਗੱਲ ਆਖੀ ਬਾਦਸ਼ਾਹ ਨੂੰ। ਕਹਿੰਦੇ ਸਾਡੇ ਖੱਤਰੀ ਭਰਾ ਨੇ, ਅਸੀਂ ਜਾਣਦੇ ਹਾਂ ਕਿ ਪੈਸਾ ਕਿਵੇਂ ਕੱਢੀਦਾ ਹੁੰਦਾ ਕਿਸੇ ਤੋਂ। ਜਦੋਂ ਕੰਨ ਭਰ ਦਿੱਤੇ ਚੰਦੂ ਨੇ ਜਹਾਂਗੀਰ ਬਾਦਸ਼ਾਹ ਦੇ, ਕਹਿੰਦੇ ਤੁਸੀਂ ਮੇਰੇ ਹਵਾਲੇ ਕਰ ਦਿਓ ਇਸ ਨੂੰ। ਤੇ ਮੈਂ 5-4 ਦਿਨ ਆਇਆ ਸਮਝ ਵਾਪਸ। ਕਹਿੰਦੇ ਛੁੱਟੀ ਮਿਲ ਗਈ ਇਸ ਨੂੰ ਤੇ ਲਾਲ ਹਵੇਲੀ ਸੀ। ਜਦੋਂ ਛੁੱਟੀ ਮਿਲ ਗਈ ਨਾ ਚੰਦੂ ਨੂੰ, ਇੱਕ ਨਾਲ ਹਵੇਲੀ ਸੀ ਉਸ ਟਾਈਮ ਤੇ, ਜਿੱਥੇ ਜਾ ਕੇ ਧੰਨ ਧੰਨ ਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਉਸ ਹਵੇਲੀ ਦੇ ਵਿੱਚ ਰੱਖਿਆ ਗਿਆ। 5 ਸਿੰਘ ਨਾਲ, ਭਾਈ ਪ੍ਰਾਣਾ ਜੀ, ਭਾਈ ਪ੍ਰਾਗਾ ਜੀ, ਆਪ ਜੀ ਨੇ ਹੁਣੇ ਪਹਿਲਾਂ ਸਰਵਣ ਕੀਤੇ ਹੈ 5 ਸਿੰਘਾਂ ਦੇ ਨਾਮ। ਤੇ 5 ਸਿੰਘ ਨਾਲ ਸੀ। ਉਹ ਕਮਰੇ ਵਿੱਚ ਇੱਕ ਪਾਸੇ ਬੰਦ ਕਰ ਦਿੱਤੇ ਲਾਲ ਕੋਠੀ ਦੇ ਵਿੱਚ, ਤੇ ਮਹਾਰਾਜ ਜੀ ਨੂੰ ਲਿਜਾ ਕੇ ਇੱਕ ਪਾਸੇ ਥੱਲੇ ਬਿਠਾ ਦਿੱਤਾ। ਦੀਨ ਦੁਨੀਆ ਦੇ ਬਾਦਸ਼ਾਹ ਧੰਨ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੂੰ ਸਾਰੀ ਸ੍ਰਿਸ਼ਟੀ ਨਮਸਕਾਰ ਕਰਦੀ ਹੈ। ਕਹਿੰਦੇ ਥੱਲੇ ਬਿਠਾ ਦਿੱਤਾ। ਪ੍ਰਸੰਨ ਚਿੱਤ ਆਪ ਨੇ ਕੋਈ ਦਿਲ ਦੇ ਅੰਦਰ ਸ਼ਿਕਵਾ ਨਹੀਂ ਕੀਤਾ। ਅਕਾਲ ਪੁਰਖ ਦਾ ਧੰਨਵਾਦ ਕਰਦੇ ਆ ਕਿ ਪਾਤਸ਼ਾਹ ਜਿੱਥੇ ਬਿਠਾਉਂਦਾ ਉਹੀ ਸਵਰਗ ਹੁੰਦਾ। ਕਿਉਂਕਿ ਬਾਣੀ ਦੇ ਵਿੱਚ ਵੀ ਤੁਕਾਂ, ਜਿੱਥੇ ਜਾਹੇ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਆਸਾ ਦੀ ਵਾਰ ਦੇ ਵਿੱਚ ਜਦੋਂ ਅੰਮ੍ਰਿਤ ਵੇਲੇ ਕੀਰਤਨ ਹੁੰਦਾ ਹੈ, ਗੁਰਮੁਖ ਪਿਆਰਿਓ, ਇਹ ਬਚਨ ਆਪ ਜੀ ਰੋਜ਼ ਸਰਵਣ ਕਰਦੇ। ਸਤਿਗੁਰੂ ਅਕਾਲ ਪੁਰਖ ਜੀ ਦਾ ਧੰਨਵਾਦ ਕਰਦੇ ਆ ਤੇ ਕਹਿੰਦੇ ਕਿ ਪਾਤਸ਼ਾਹ ਜਿੱਥੇ ਬਿਠਾਉਂਦਾ ਹੈ ਉਹੀ ਸਵਰਗ ਹੁੰਦਾ ਹੈ। ਮਾਰੇ ਕਹਿੰਦੇ ਜੈ ਬੈਸਾਲੈ ਤੈ ਬੈਸੈ ਸੁਆਮੀ, ਜਹ ਭੇਜੈ ਤਹ ਜਾਵਾਂ। ਸਭ ਨਗਰੀ ਮੈਂ ਏਕੋ ਰਾਜਾ, ਸਵੇ ਪਵਿੱਤ ਹੈ ਥਾਵਾਂ। ਤੇਰੀਆਂ ਥਾਵਾਂ ਸਾਰੀਆਂ ਪਵਿੱਤਰ ਹੈ। ਸੋ ਉਸ ਵੇਲੇ ਚੰਦੂ ਆ ਜਾਂਦਾ, ਆ ਕੇ ਕਹਿਣ ਲੱਗਿਆ ਕਿ ਤੈਨੂੰ ਪਤਾ ਹੈ ਕਿ ਹੁਣ ਤੂੰ ਕਿਹਦੇ ਹੱਥ ਵਿੱਚ ਆ ਗਿਆ। ਇਹ ਚੰਦੂ ਨੇ ਕ੍ਰੋਧ ਭਰੇ ਬਚਨ ਜਿਹੜੇ ਹੈ ਨਾ, ਇਹ ਗੱਲ ਕ੍ਰੋਧ ਭਰੀ ਆਪਣੀ ਜ਼ੁਬਾਨ ਤੋਂ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਆਖਿਆ। ਕਹਿੰਦੇ ਕਿ ਤੈਨੂੰ ਪਤਾ ਹੈ ਕਿ ਤੂੰ ਕਿਹਦੇ ਹੱਥ ਵਿੱਚ ਆ ਗਿਆ। ਅੱਜ ਤਾਈਂ ਤਾਂ ਬਚੀ ਗਿਆ, ਹੁਣ ਨਹੀਂ ਮੈਂ ਜਾਣ ਦੇਣਾ ਤੈਨੂੰ। ਕਹਿੰਦੇ ਹੁਣ ਤਾਂ ਜੇ ਛੁੱਟਣਾ ਤਾਂ ਮੇਰੀ ਲੜਕੀ ਦਾ ਰਿਸ਼ਤਾ ਕਬੂਲ ਕਰ। ਚੰਦੂ ਨੇ ਇਹ ਗੱਲ ਧੰਨ ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਆਖੀ। ਕਹਿੰਦੇ ਜੇ ਬਚਣਾ ਤੇ ਮੇਰੀ ਲੜਕੀ ਦਾ ਰਿਸ਼ਤਾ ਤੂੰ ਕਬੂਲ ਕਰ, ਜੇ ਛੁੱਟਣਾ ਚਾਹੁੰਦਾ। ਮਹਾਰਾਜ ਕਹਿੰਦੇ ਕਿਉਂ ਇਸ ਤਰ੍ਹਾਂ ਦੇ ਡਰਾਵੇ ਦਿੰਦਾ। ਇਹ ਜਿਹੜੀ ਮੌਤ ਦਾ ਤੂੰ ਡਰਾਵਾ ਦਿੰਦਾ ਨਾ, ਸੰਤਾਂ ਵਾਸਤੇ ਮੌਤ ਕੋਈ ਚੀਜ਼ ਨਹੀਂ ਹੈ, ਕੋਈ ਵੀ ਚੀਜ਼ ਨਹੀਂ ਹੈ। ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਭਗਤ ਕਬੀਰ ਦੇ ਸ਼ਲੋਕਾਂ ਦੇ ਵਿੱਚ ਆਖਿਆ ਹੈ, ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈਐ, ਪੂਰਨ ਪਰਮਾਨੰਦ।
ਤੇ ਅਗਲੇ ਸ਼ਲੋਕ ਦੇ ਵਿੱਚ ਭਗਤ ਕਬੀਰ ਜੀ ਨੇ ਫਿਰ ਕਹਿ ਦਿੱਤਾ, ਕਬੀਰ ਸੰਤ ਮੂਏ ਕਿਆ ਰੋਈਐ, ਜੋ ਆਪਣੇ ਗ੍ਰਹਿ ਜਾਏ। ਰੋਵੋ ਸਾਕਤ ਵਾਪਰੇ, ਜੋ ਹਟੈ ਹਟ ਬਿਕਾਏ। ਕਹਿਣ ਲੱਗੇ, ਮੌਤ ਦੀ ਧਮਕੀ ਦੇ ਨਾਲ ਡਰਾਉਣਾ ਚਾਹੁੰਦਾ ਸਾਨੂੰ ਤੂੰ। ਮੌਤ ਹਯਾਤ ਹੈ, ਉਹ ਤੂੰ ਜੋ ਕੁਛ ਕਰਨਾ ਹੈ ਕਰ ਲੈ ਚੰਦੂ। ਠੀਕ ਹੈ, ਤੇਰੀ ਇਹ ਗੱਲ ਸਾਨੂੰ ਕੋਈ ਵੀ ਪ੍ਰਵਾਹ ਨਹੀਂ, ਕੋਈ ਵੀ ਗੱਲ ਤੇਰੀ ਪ੍ਰਵਾਹ ਨਹੀਂ ਸਾਨੂੰ। ਨਾ ਰਿਸ਼ਤਾ ਲੈਣਾ ਹੈ ਅੱਜ ਤੇ ਨਾ ਲੈਣਾ ਹੈ ਕੱਲ੍ਹ, ਕਿਉਂਕਿ ਤੂੰ ਉੱਚਾ ਬਣਿਆ ਸੀ ਤੇ ਕਹਿੰਦਾ ਤੁਸੀਂ ਮੈਨੂੰ ਕੁੱਤਾ ਕਿਹਾ ਸੀ। ਇਹ ਗੱਲ ਜਦੋਂ ਆਖੀ ਕਿ ਤੂੰ ਮੈਨੂੰ ਕੁੱਤਾ ਆਖਿਆ ਸੀ, ਆਪੇ ਹੀ ਕਹਿਣ ਲੱਗ ਗਿਆ ਹੁਣ। ਮਹਾਰਾਜ ਕਹਿੰਦੇ ਅਸੀਂ ਤਾਂ ਨਹੀਂ ਕਿਹਾ, ਇਹੋ ਜਿਹੇ ਫਿੱਕੇ ਬੋਲ ਅਸੀਂ ਨਹੀਂ ਬੋਲਦੇਗੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇੱਕ ਓਂਕਾਰ ਤੋਂ ਲੈ ਕੇ 18-10-20 ਤੱਕ ਇੱਕ ਵੀ ਗੱਲ ਨਹੀਂ ਲਿਖੀ ਪ੍ਰਥਾਏ ਕਿਸੇ ਦੀ, ਨਾ ਤਾਂ ਵਿਰੋਧੀ ਤੱਤ 'ਚ ਨਾ ਕਿਸੇ ਦੀ ਮਿੱਤਰਤਾ ਤੱਤ ਦੇ ਵਿੱਚ। ਕੋਈ ਭਾਈਵਾਲੀ ਦਾ ਸ਼ਬਦ ਇੱਕ ਵੀ ਅੱਖਰ ਨਹੀਂ ਲਿਖਿਆ ਮਹਾਂਪੁਰਸ਼ਾਂ ਨੇ। ਕਹਿੰਦੇ ਅਸੀਂ ਫਿੱਕਾ ਬੋਲ ਅਸੀਂ ਨਾ ਬੋਲਿਆ ਤੇ ਨਾ ਅਸੀਂ ਬੋਲਣਾ ਜਾਣਦੇ ਹਾਂ। ਜੇ ਕਿਸੇ ਗੁਰਸਿੱਖ ਨੇ ਕਹਿ ਦਿੱਤਾ ਹੋਵੇ ਤਾਂ ਸਿੱਖ ਦਾ ਤੇ ਗੁਰੂ ਦਾ ਕੋਈ ਭੇਦ ਨਹੀਂ ਹੁੰਦਾ ਗਾ, ਕਿਉਂਕਿ ਪੂਰਨ ਰਹਿਤ ਵਾਲਾ ਸਿੱਖ ਗੁਰੂ 'ਤੇ ਭਰੋਸਾ ਰੱਖਦਾ। ਜੋ ਸਿੱਖ ਨੇ ਕਹਿ ਦਿੱਤਾ ਉਹ ਗੁਰੂ ਦੀ ਗੱਲ, ਤੇ ਜੇ ਗੁਰੂ ਨੇ ਕਹਿ ਦਿੱਤਾ ਤੇ ਉਹ ਸਿੱਖ ਦੀ ਗੱਲ। ਕਹਿੰਦੇ ਕਿ ਗੁਰੂ ਦਾ ਤੇ ਸਿੱਖ ਦਾ ਕੋਈ ਭੇਦ ਨਹੀਂ ਹੁੰਦਾ। ਸਮਝ ਲੈ ਫਿਰ ਅਸੀਂ ਆਖਿਆ ਤੈਨੂੰ, ਜੇ ਤੂੰ ਇਉਂ ਨਹੀਂ ਗੱਲ ਮੰਨਦਾ ਚੰਦੂ ਤੂੰ ਫਿਰ ਇਉਂ ਕਹਿ ਲਾ। ਫਿਰ ਅਸੀਂ ਤਾਂ ਗੱਲ ਜੋ ਸਿੱਖ ਨੇ ਕਹਿ ਦਿੱਤਾ ਉਹ ਸਮਝ ਲੈ ਫਿਰ ਅਸੀਂ ਕਹਿ ਦਿੱਤਾ। ਤੇ ਤੇਰੇ ਕੰਮ ਵੀ ਇਹੋ ਜਿਹੇ ਨੇ ਕੁੱਤਿਆਂ ਵਾਲੇ। ਜਦੋਂ ਚੰਦੂ ਨੂੰ ਇਹ ਗੱਲ ਠੁਕਰਾ ਕੇ ਆਖੀ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਨੇ, ਕਹਿੰਦੇ ਤਲ ਮਿਲਾ ਗਿਆ, ਭੱਖ ਗਿਆ ਚੰਦੂ। ਕਹਿਣ ਲੱਗਿਆ ਅਜੇ ਮੌਕਾ ਹੈ, ਪਤਾ ਨਹੀਂ ਤੁਹਾਨੂੰ ਮੈਂ ਕੀ ਕੀ ਕਰ ਦੇਵਾਂਗਾ, ਕੀ ਕੀ ਸਜ਼ਾਵਾਂ ਦੇਵਾਂਗਾ। ਕਹਿਣ ਲੱਗੇ ਸੋ ਉਸ ਵੇਲੇ ਹੁਕਮ ਕਰ ਦਿੱਤਾ ਕਿ ਨਾ ਇਹਨੂੰ ਪਾਣੀ ਦੇਣਾ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀਆਂ ਦੇ ਪ੍ਰਥਾਏ ਇਹ ਚੰਦੂ ਨੇ ਆਪਣੇ ਅਹਿਲਕਾਰਾਂ ਨੂੰ ਆਖਿਆ, ਕਹਿੰਦੇ ਕਿ ਨਾ ਇਹਨੂੰ ਪਾਣੀ ਦੇਣਾ, ਨਾ ਉਹਨੂੰ ਰੋਟੀ ਦੇਣੀ ਹੈ, ਨਾ ਇਹਨੂੰ ਬੈਠਣ ਦੇਣਾ, ਇਹਨੂੰ ਖੜੇ ਰੱਖਣਾ। ਕਿਉਂਕਿ ਜਿੱਥੇ ਅਰਜਨ ਵਾਹਿਗੁਰੂ ਤੇ ਜਿੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਨੂੰ ਰੱਖਿਆ ਗਿਆ ਸੀ ਨਾ, ਛੋਟੀ ਜਗ੍ਹਾ ਬਣਾਈ ਹੋਈ ਸੀ ਉਸ ਲਾਲ ਕੋਠੀ ਦੇ ਵਿੱਚ। ਨਾ ਬੰਦਾ ਬਹਿ ਸਕਦਾ ਸੀ, ਨਾ ਪੂਰਨ ਤੌਰ 'ਤੇ ਸਿੱਧਾ ਖੜਾ ਹੋ ਸਕਦਾ ਸੀ ਤੇ ਨਾ ਲੇਟ ਸਕਦਾ ਸੀ, ਕਿਉਂਕਿ ਸਾਈਡ 'ਤੇ ਕਿੱਲ ਲੱਗੇ ਹੋਏ ਸਨ। ਉਹ ਕੋਠੀ ਲਾਹੌਰ ਦੇ ਵਿੱਚ ਅੱਜ ਵੀ ਮੌਜੂਦ ਹੈ। ਕਈ ਗੁਰਸਿੱਖ ਪਾਕਿਸਤਾਨ 'ਚ ਜਾਂਦੇ ਆ ਨਾ ਦਰਸ਼ਨ ਕਰਨ। ਗੁਰਸਿੱਖ ਪਿਆਰਿਓ, ਜਿੱਥੇ ਧੰਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਨੂੰ ਅਜਿਹੀ ਕਾਲ ਕੋਠੜੀ ਦੇ ਵਿੱਚ, ਲਾਲ ਕੋਠੀ ਦੇ ਵਿੱਚ ਰੱਖਿਆ ਗਿਆ ਸੀ ਨਾ, ਉਸ ਕੋਠੀ ਦੀ ਬਣਤਰ ਇਸ ਤਰ੍ਹਾਂ ਸੀ, 4 ਛਫੇਰੇ ਕਿੱਲ, ਨਾ ਤਾਂ ਥੱਲੇ ਪੈਰਾਂ ਦੇ ਵਿੱਚ ਚੁਭਣ ਵਾਲੇ ਕਿੱਲ ਤੇ ਤਾਂ ਸਿਰ ਨੂੰ ਲੱਗਦੇ ਢੂਈ ਸਿੱਧੀ ਹੁੰਦੀ ਨਹੀਂ ਸੀ, ਨਾ ਸਾਈਡ ਤੋਂ ਮੋਢਾ ਹਿਲਾ ਸਕਦਾ ਸੀ। ਉਹ ਜਗ੍ਹਾ ਹੀ ਇਸ ਤਰ੍ਹਾਂ ਦੀ ਬਣੀ ਸੀ। ਕਹਿੰਦੇ ਕਿ ਇਹਨੂੰ ਖੜਾ ਰੱਖਣਾ, ਕੋਈ ਰੋਟੀ ਨਹੀਂ ਦੇਣੀ। ਜੇ ਕੋਈ ਪਾਣੀ ਲੈਣਾ ਤਾਂ 1 ਲੱਖ ਰੁਪਏ ਦੀ ਮੰਗ। ਕਹਿੰਦੇ ਕਿ ਜੇ ਪਾਣੀ ਦਾ ਗਲਾਸ ਵੀ ਇਹਨੇ ਮੰਗਿਆ ਤਾਂ 1 ਲੱਖ ਰੁਪਇਆ ਇਹਨੂੰ ਪਾਣੀ ਦੇ ਗਲਾਸ ਦਾ ਦੇਣਾ ਹੋਵੇਗਾ। ਜੇ ਰੋਟੀ ਦੀ ਭੁੱਖ ਲੱਗੀ ਤਾਂ 1 ਲੱਖ ਰੁਪਇਆ ਰੋਟੀ ਦਾ ਦੇਣਾ। ਕਹਿਣ ਲੱਗੇ ਜੇ ਮੈਂ ਲੇਟ ਜਾਵਾਂ ਤਾਂ 1 ਲੱਖ ਰੁਪਇਆ ਲੇਟਣ ਦਾ। ਉਸ ਤੋਂ ਬਾਅਦ ਕੱਢਣਾ, ਉਹ ਲਾਲ ਕੋਠੀ 'ਚੋਂ ਕੱਢ ਕੇ ਦੂਸਰੇ ਕਮਰੇ 'ਚ ਲਿਜਾਣ ਦਾ ਤਕੀਦ। ਕਿਉਂਕਿ ਉਹ ਜਗ੍ਹਾ ਇਸ ਤਰ੍ਹਾਂ ਦੀ ਬਣੀ ਸੀ ਜਿੱਥੇ ਕੈਦ ਕੀਤੇ ਗਏ, ਜਿੱਥੇ ਰੱਖੇ ਗਏ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਕਹਿੰਦੇ ਇੱਕ ਸਿਰਫ ਸਰੀਰ, ਨਾ ਪੂਰਾ ਖੜਾ ਹੋਣ ਦੀ ਜਗ੍ਹਾ, ਨਾ ਪਾਸਾ ਲੈਣ ਦੀ ਜਗ੍ਹਾ, ਨਾ ਲੇਟਣ ਦੀ ਜਗ੍ਹਾ,
ਥੱਲੇ ਪੈਰਾਂ ਵੀ ਵਿੱਚ ਮੇਖਾਂ ਵਾਲੀ ਜਗ੍ਹਾ ਤੇ ਤਾਂ ਸਿਰ ਲਈ ਉੱਪਰ ਵੀ। ਜੇ ਉੱਪਰ ਕਰਦੇ ਆ ਤੇ ਉੱਪਰ ਮੇਖਾਂ ਵੱਜਦੀਆਂ, ਜੇ ਸਾਈਡ ਕਰਦੇ ਆ ਤੇ ਸਰੀਰ ਨੂੰ ਸਾਈਡ ਤੋਂ ਮੇਖਾਂ ਵੱਜਦੀਆਂ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਇਸ ਜਗ੍ਹਾ ਤੇ ਰੱਖਿਆ ਗਿਆ। ਕਹਿੰਦੇ ਕਿ ਜੇ ਤੂੰ ਰਾਮ ਲਈ ਕਰਨਾ ਜਾਂ ਪਾਣੀ ਦਾ ਗਲਾਸ ਲੈਣਾ ਜਾਂ ਰੋਟੀ ਖਾਣ ਲਈ ਹੈ ਤੇ ਇਸ ਕਮਰੇ ਚੋਂ ਕੱਢ ਕੇ ਬਾਹਰ ਤੈਨੂੰ 1 ਲੱਖ ਰੁਪਈਆ ਇਸ ਚੀਜ਼ਾਂ ਦਾ ਦੇਣਾ ਪਵੇਗਾ। ਜੇ ਤੂੰ ਲੇਟਣਾ ਤਾਂ ਵੀ 1 ਲੱਖ ਰੁਪਈਆ, ਜੇ ਤੂੰ ਪਾਣੀ ਪੀਣਾ ਤਾਂ ਵੀ 1 ਲੱਖ ਰੁਪਈਆ, ਜੇ ਤੂੰ ਰੋਟੀ ਖਾਣੀ ਤਾਂ ਵੀ 1 ਲੱਖ ਰੁਪਈਆ। ਕਹਿਣ ਲੱਗੇ ਕਿ ਜੇ ਤੂੰ ਇੰਜ ਨਹੀਂ ਚੱਲਦਾ ਤੇ ਜਿਹੜੇ 5 ਸਿੱਖ ਦੇਖਦੇ ਸਨ ਨਾ ਸਾਹਮਣੇ, ਕਿਉਂਕਿ ਉਹਨਾਂ ਨੂੰ ਸਾਹਮਣੇ ਕਮਰੇ ਵਿੱਚ ਰੱਖਿਆ ਗਿਆ ਸੀ, ਜਿਹੜੇ 5 ਸਿੱਖ ਧੰਨ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀਆਂ ਦੇ ਨਾਲ ਲਾਹੌਰ ਗਏ ਸੀ ਗੁਰਮੁਖ ਪਿਆਰਿਓ, ਉਹਨਾਂ ਨੂੰ ਸਾਹਮਣੇ ਰੱਖਿਆ ਗਿਆ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਵੱਲ 5 ਸਿੱਖ ਦੇਖਦੇ ਰਹੇ। ਬਹੁਤ ਕੁਝ ਆਉਂਦਾ ਹੈ ਮਨ ਵਿੱਚ ਉਹਨਾਂ ਸਿੱਖਾਂ ਦੇ। ਕਹਿਣ ਲੱਗੇ ਸਾਰੀ ਰਾਤ ਮਹਾਰਾਜ ਜੀ ਨੇ ਤਕਲੀਫ ਵਿੱਚ ਕੱਟੀ। ਦੂਸਰਾ ਦਿਨ ਫਿਰ ਆ ਗਿਆ, ਕਿਉਂਕਿ ਗੁਰਮੁਖ ਪਿਆਰਿਓ ਸਾਰੀ ਰਾਤ ਇਸ ਇੱਕ ਛੋਟੇ ਜਿਹੇ ਕਮਰੇ ਦੇ ਵਿੱਚ ਰਹਿ ਕੇ ਕੱਟਣੀ, ਨਾ ਪਾਣੀ ਦੇਣਾ, ਨਾ ਰੋਟੀ ਦੇਣੀ, ਨਾ ਪੂਰਨ ਤੌਰ 'ਤੇ ਸਰੀਰ ਖੜ੍ਹਾ ਹੋਣਾ, ਨਾ ਲੇਟਣ ਲਈ ਬੈਠਣ ਲਈ ਜਗ੍ਹਾ ਨਹੀਂ ਹੈ। ਤੇ ਸਾਰੀ ਰਾਤ ਮਹਾਰਾਜ ਜੀਆਂ ਨੇ ਤਕਲੀਫ ਵਿੱਚ ਕੱਟੀ, ਧੰਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਨੇ। ਦੂਸਰਾ ਦਿਨ ਫਿਰ ਆ ਗਏ। ਫਿਰ ਆ ਕੇ ਕਹਿਣ ਲੱਗਿਆ ਕੁਛ ਸੋਚਿਆ। ਜਹਾਂਗੀਰ ਬਾਦਸ਼ਾਹ ਦੀ ਇਕੱਲੇ ਹੋਏ ਚੰਦੂ ਨੂੰ ਆਖਿਆ ਜਾ ਕੇ ਪੁੱਛਿਆ ਉਹਨੂੰ, ਗੁਰੂ ਅਰਜਨ ਨੂੰ। ਗੁਰੂ ਨੇ ਕਿਹਾ, ਸਿੱਧਾ ਕਿਹਾ ਅਰਜਨ ਨੂੰ ਪੁੱਛਿਆ। ਦੂਸਰੇ ਦਿਨ ਜਦੋਂ ਆ ਕੇ ਪੁੱਛਿਆ ਕੁਝ ਸੋਚਿਆ, ਜਿਹੜੀ ਗੱਲ ਸੋਚਣੀ ਸੀ ਤੈਨੂੰ ਇੱਕ ਵਾਰੀ ਕਹਿ ਦਿੱਤਾ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਚੰਦੂ, ਉਹ ਦੁਸ਼ਟ ਚੰਦੂ ਜਿਹੜੀ ਅਸੀਂ ਇੱਕ ਗੱਲ ਕਹਿ ਦਿੱਤੀ ਅੱਜ ਵੀ ਮਨ 'ਚ ਉਹੀ ਹੈ ਤੇ ਕੱਲ੍ਹ ਨੂੰ ਵੀ ਉਹੀ ਹੈ। ਅਸੀਂ ਇੱਕ ਵਾਰ ਕਹਿ ਦਿੱਤਾ, ਅਸੀਂ ਵਾਰ-ਵਾਰ ਨਹੀਂ ਕਹਿਣਾ ਗਾ। ਕਹਿੰਦੇ ਗੱਲਾਂ ਕਰੀ ਜਾਂਦਾ ਤੂੰ, ਗੱਲਾਂ ਵਾਹਦੀਆਂ, ਡਰਦੇ ਨਹੀਂ ਅਸੀਂ। ਆਪ ਜੋ ਕੁਝ ਤੂੰ ਕਰਨਾ ਤੇਰੇ ਮਨ ਵਿੱਚ ਆਉਂਦਾ ਉਹ ਤੂੰ ਕਰ ਲੈ, ਕਿਉਂਕਿ ਸੋ ਡਰੈ ਜੇ ਪਾਪ ਕਮਾਵੰਦਾ ਧਰਮੀ ਬਗਸੇਤ। ਸੋ ਗੁਰਸਿੱਖ ਪਿਆਰੇ।